हाँ जी, कल ਆਪਾਂ ਇੱਕ ਤਾਂ ਫੰਕਸ਼ਨ ਕੀਤਾ ਸੀਗਾ ਆਇਡੈਂਟੀ ਫੰਕਸ਼ਨ। ਆਇਡੈਂਟੀ ਫੰਕਸ਼ਨ ਕੀ ਸੀਗਾ, ਮੈਂ ਜਸਟ ਇੱਕ ਵਾਰ ਰਿਵਾਈਜ਼ ਕਰਦਾ। y x ਫੰਕਸ਼ਨ ਨੂੰ ਅਸੀਂ ਆਇਡੈਂਟੀ ਫੰਕਸ਼ਨ ਕਹਿੰਦੇ ਹਾਂ। ਹਾਂਜੀ ਇਹ ਇਹਦਾ ਡੋਮੇਨ ਕੀ ਹੈ, ਆਲ ਰੀਅਲ ਨੰਬਰਸ। ਕੋਈ ਮਰਜ਼ੀ x ਲੈ ਲਓ, ਇੱਥੇ ਇਹਦੀ ਵੈਲਿਊ x ਹੀ ਆਣੀ ਹੈ। ਇਹਦਾ ਮਤਲਬ ਹਰ x ਦੀ ਵੈਲਿਊ ਆ ਰਹੀ ਹੈ। ਇਹਦੀ ਰੇਂਜ ਕੀ ਹੋ, ਜਿੱਡੀ x ਦੀ ਵੈਲਿਊਜ਼ ਆਉਣੀ ਹੈ, x ਜਿੰਨਾ ਲਵਾਂਗੇ ਉਹਨੇ y ਆਈ ਜਾਊਗਾ। x ਦੀ ਆਲ ਰੀਅਲ ਵੈਲਿਊਜ਼ ਹੈ, तो y है फिर ऑल रियल वैल्यूज, रेंज इज ऑल रियल नंबर्स। अच्छा, ਇਹਦਾ ਗ੍ਰਾਫ y x ਦਾ ਗ੍ਰਾਫ ਕੀ ਹੈ? ਆ ਸਟ੍ਰੇਟ ਲਾਈਨ ਹੈ 45 ਡਿਗਰੀ ਤੇ ਬਣਦੀ ਹੈ। ਤੇ ਇਹ ਗ੍ਰਾਫ ਕਿਤੇ ਬ੍ਰੇਕ ਹੁੰਦਾ, ਕਿਤੇ ਵੀ ਬ੍ਰੇਕ ਨਹੀਂ ਹੁੰਦਾ, ਇਨਫਿਨਿਟ ਤੱਕ ਹੋ ਜਾਂਦਾ। ਤਾਂ ਇਹ ਸਾਡਾ ਫੰਕਸ਼ਨ ਕੰਟੀਨਿਊਸ। ਫਿਰ ਆਪਾਂ ਦੇਖਿਆ ਸੀ ਇਹ 1 1 ਹੈਗਾ ਹੈ, ਇਹ 1 1 ਵੀ ਹੈਗਾ। ਇਹ ਫੰਕਸ਼ਨ ਸਾਡਾ 1 1 ਵੀ ਹੈ। क्यों 1 1 क्यों हैगा? ਜੇ ਆਪਾਂ ਡਿਫਰੈਂਟ x ਲੈਣੇ ਆ, ਕੋਈ x1 ਤੇ x2 ਡਿਫਰੈਂਟ ਲੈ ਲੇ, ਤਾਂ ਇਹਦੀ ਵੈਲਿਊ f of x1 ਦੀ x1 ਹੈ, f of x2 ਦੀ x2 ਹੈ। ਤਾਂ fx1 ਤੇ fx2 ਇਕੁਅਲ ਆ ਗਏ। ਹਾਂਜੀ 1 1 ਹੈ ਤੁਹਾਡੇ ਕੋਲ, ਠੀਕ ਹੈ। ਸੋ f1 1 ਤੇ f ਇੱਥੇ ਜਿਹੜਾ ਹੈਗਾ f ਔਨ ਟੂ ਵੀ ਹੈ, ਕਿਉਂਕਿ ਇਹਦੇ ਵਿੱਚ ਇਸ ਫੰਕਸ਼ਨ ਦੇ ਵਿੱਚ ਜਿਹੜੀ ਇਹਦੀ ਕੋਡ ਮੇਨ ਆ ਉਹ ਆਲ ਰੀਅਲ ਨੰਬਰਸ ਹੈ, ਜਿਹੜੀ ਦੀ ਰੇਂਜ ਕੱਢੀ ਆ ਉਹ ਵੀ ਆਲ ਰੀਅਲ ਨੰਬਰਸ ਹੈ। ਤਾਂ ਕੋਡ ਮੇਨ ਤੇ ਜੇ ਰੇਂਜ ਬਰਾਬਰ ਹੋ ਜਾਣ ਤਾਂ ਫੰਕਸ਼ਨ ਆਨ ਤੇ ਹੋਊਗਾ, ਤੇ ਫੰਕਸ਼ਨ ਆਨ। ਸੋ ਇਸ ਫੰਕਸ਼ਨ ਦੀ ਪੂਰੀ ਜਨਮਪੰਤਰੀ ਸਾਨੂੰ ਪਤਾ। ਹੁਣ ਅਸੀਂ ਇਹ ਹੋਰ ਫੰਕਸ਼ਨ ਹੁੰਦਾ f(x) = x² ਫਰੋਮ ਸੈਟ ਆਫ ਆਲ ਰੀਅਲ ਨੰਬਰਸ ਟੂ ਆਲ ਰੀਅਲ ਨੰਬਰਸ। ਇਹਦਾ ਡੋਮੇਨ ਕੀ ਹੈ? ਇਹਦਾ ਡੋਮੇਨ ਆਲ ਰੀਅਲ ਨੰਬਰ ਹੈ, ਕਿਉਂਕਿ ਤੁਸੀਂ ਕੋਈ ਮਰਜ਼ੀ x ਲਓ, ਇਹਦੀ ਵੈਲਿਊ x² ਆ ਜਾਂਦੀ ਹੈ। ਸਾਡੇ ਕੋਲ ਕੋਈ ਐਸਾ x ਹੈ ਜਿੱਥੇ ਦੀ x² ਦੀ ਵੈਲਿਊ ਨਾ ਆਉਂਦੀ ਹੋਵੇ। ਤੁਸੀਂ x1 ਲੈਤਾ x² ਵੀ 1 ਆ ਗਿਆ, x1.2 ਲੈਤਾ x² 1/4 ਆ ਗਿਆ। ਸੋ ਯੂ ਟੇਕ ਐਨੀ x, y ਦੀ ਵੈਲਿਊ x² ਤੋਂ ਆ ਜਾਂਦੀ ਹੈ। ਇਹਦਾ ਮਤਲਬ ਡੋਮੇਨ ਇਜ਼ ਆਲ ਰੀਅਲ ਨੰਬਰਸ। ਹਰ ਪੁਆਇੰਟ ਦੇ ਉੱਤੇ ਫੰਕਸ਼ਨ ਦੀ ਵੈਲਿਊ ਆ ਰਹੀ ਹੈ, ਤਾਂ ਇਹ ਸਾਡਾ ਡੋਮੇਨ ਹੋਣਾ। ਇਹਦੀ ਰੇਂਜ ਕੀ ਹੈ? ਹੁਣ ਅਸੀਂ ਇਹ ਦੇਖਣੀ ਸੀ y ਦੀਆਂ ਕੀ ਵੈਲਿਊਜ਼ ਨੇ। ਜਦੋਂ ਆਪਾਂ x ਕੋਈ ਵੀ ਲਵਾਂਗੇ, ਕੋਈ ਵੀ ਰੀਅਲ ਨੰਬਰ ਲਵਾਂਗੇ x, ਤਾਂ ਉਹਦਾ ਸਕੁਅਰ ਕੀ ਹੋ ਜਾਂਦਾ? ਹਮੇਸ਼ਾ ਪੋਜ਼ਿਟਿਵ। ਹਾਂਜੀ, x² ਇਜ਼ ਆਲਵੇਜ਼ ਪੋਜ਼ਿਟਿਵ। ਇਹਦਾ ਮਤਲਬ y ਦੀ ਵੈਲਿਊ ਹਮੇਸ਼ਾ ਪੋਜ਼ਿਟਿਵ ਰਹੂਗੀ, x ਕੁਛ ਮਰਜ਼ੀ ਲਿਖ ਚਲੀ ਅਸੀਂ। ਤਾਂ ਜਿਹੜੀਆਂ y ਦੀਆਂ ਵੈਲਿਊਜ਼ ਹੁੰਦੀਆਂ ਉਹ ਰੇਂਜ ਹੁੰਦੀ ਹੈ। ਇਹਦਾ ਮਤਲਬ ਰੇਂਜ ਆਫ f ਕਿੰਨੀ ਹੈ? f of is positive real numbers, non-negative real numbers का। पॉजिटिव ਤੇ नॉन नेगेटिव 'ਚ ਫਰਕ ਹੈ ਕਿ ਇਹਦੇ 'ਚ 0 ਇਨਕਲੂਡਡ ਹੈ ਨॉन ਨੈਗੇਟਿਵ ਵਿੱਚ। ਜੇ ਅਸੀਂ ਪੋਜ਼ਿਟਿਵ ਲੈਂਦੇ ਫਿਰ 0 ਨਹੀਂ ਲੈ ਸਕਦੇ ਸੀ, ਫਿਰ ਓਪਨ ਬ੍ਰੈਕਟ ਪਾਉਂਦੇ, ਫਿਰ ਅਸੀਂ ਇਸ ਤਰ੍ਹਾਂ ਪਾਉਂਦੇ। ਜੇ ਪੋਜ਼ਿਟਿਵ ਰੀਅਲ ਨੰਬਰਸ ਪਾਉਣੇ ਤਾਂ ਇਸ ਤਰ੍ਹਾਂ, ਨॉन ਨੈਗੇਟਿਵ ਪਾਉਣੇ ਆ ਤਾਂ ਇਸ ਤਰ੍ਹਾਂ। ਇਹਦੇ 'ਚ 0 ਵਿੱਚ ਇਨਕਲੂਡਡ ਹੈ, ਇਹਦੇ 'ਚ 0 ਜਿਹੜਾ ਰਾਉਂਡ ਬ੍ਰੈਕਟ ਹੈ ਉਹ 0 ਦੇ ਵਿੱਚ ਇਨਕਲੂਡਡ ਨਹੀਂ ਹੈ। ਠੀਕ ਹੈ ਜੀ। ਸੋ ਇਹ ਰੇਂਜ ਹੈ। ਹੁਣ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਇਹ ਫੰਕਸ਼ਨ ਦਾ ਗ੍ਰਾਫ ਕੀ ਹੈ। ਇਹਦਾ y = x² ਦਾ ਗ੍ਰਾਫ। ਗ੍ਰਾਫ ਵਾਸਤੇ ਤੁਸੀਂ ਇੱਕ ਉਹ ਕਰੋ ਨਾ, ਟੇਬਲ ਬਣਾ ਲਓ, ਉਹਦੇ ਨਾਲ ਗ੍ਰਾਫ ਬਹੁਤ ਵਧੀਆ ਬਣੂਗਾ ਸਾਡੇ ਕੋਲ। ਆਪਾਂ ਦੇਖਦੇ ਹਾਂ ਗ੍ਰਾਫ। ਚਲੋ ਇਹ ਗ੍ਰਾਫ ਕਾਪੀ ਤੇ ਬਣਾਉਣਾ। ਹੁਣ ਇਹਦੀ ਰੇਂਜ ਡੋਮੇਨ ਹੋ ਗਈ, ਰੇਂਜ ਹੋ ਗਈ। ਅੱਛਾ, 1 1 ਹੈਗਾ ਕਿ ਨਹੀਂ ਹੈਗਾ ਇਹ ਫੰਕਸ਼ਨ? ਇਹ ਫੰਕਸ਼ਨ 1 1 ਹੈ ਕਿ ਨਹੀਂ? ਸੋਚੋ। 1 1 ਨਹੀਂ ਹੋਣਾ। ਹਾਂ, ਨੋਟ 1 1 ਹੈ ਨਾ? ਕਿਉਂ? ਹਾਂਜੀ, ਕਿਉਂ? ਕਿਉਂਕਿ ਸਰ ਇਹ ਇੱਕੋ ਹੀ ਦਿੱਤਾ ਆਪਾਂ ਨੂੰ। ਇਹ ਕੀ ਕਰਦਾ? ਨੈਗੇਟਿਵ ਨੂੰ ਵੀ ਪੋਜ਼ਿਟਿਵ ਬਣਾ ਦਿੰਦਾ, ਪੋਜ਼ਿਟਿਵ ਨੂੰ ਪੋਜ਼ਿਟਿਵ ਕਰ ਦਿੰਦਾ। ਜਿਵੇਂ 2 ਦਾ ਇਮੇਜ ਵੀ f2 ਦੀ ਵੈਲਿਊ ਵੀ 4 ਆਊਗੀ ਇਹਦੇ 'ਚ, f-2 ਦੀ ਵੈਲਿਊ ਵੀ 4 ਹੀ ਆਉਂਦੀ ਪਈ। ਤਾਂ ਦੋ ਡਿਫਰੈਂਟ ਪੁਆਇੰਟਸ ਨੇ 2 ਤੇ -2, ਪਰ ਵੈਲਿਊ ਇਹਦੀ ਸੇਮ ਆਉਂਦੀ ਪਈ ਹੈ। ਜੇ ਦੋ ਡਿਫਰੈਂਟ ਪੁਆਇੰਟਸ ਹੋਣ ਤੇ ਵੈਲਿਊ ਸੇਮ ਆ ਜੇ ਤਾਂ ਫੰਕਸ਼ਨ 1 1 ਨਹੀਂ ਹੁੰਦਾ। ਹਾਂਜੀ, ਹੈ ਨਾ? ਇਟਸ ਨਾਟ 1 1, ਇਟ ਇਜ਼ ਨਾਟ 1 1। ਇਹ ਔਨ ਟੂ ਹੈ ਕਿ ਨਹੀਂ ਹੈਗਾ? ਇਹਦਾ ਕੋਡ ਮੇਨ ਕਿੰਨਾ ਦੇਖੋ ਜਰਾ। ਕੋਡ ਮੇਨ ਸਾਨੂੰ ਪਤਾ ਇਹਦਾ ਆਲ ਰੀਅਲ ਨੰਬਰਸ ਇੱਥੇ ਦਿੱਤਾ ਹੋਇਆ ਸੀ। ਹਾਂਜੀ, ਸੋ ਕੋਡ ਮੇਨ ਇਜ਼ ਆਲ ਰੀਅਲ ਨੰਬਰਸ। ਜਿਹਦੀ ਰੇਂਜ ਕਿੰਨੀ ਹੈ? ਆਪਾਂ ਰੇਂਜ ਵੀ ਕੱਢੀ ਹੋਈ ਹੈ। ਰੇਂਜ ਵੀ
ਰੇਂਜ 0 to infinity ਹੈ, ਇਹ ਹਾਂਜੀ ਨੈਗੇਟਿਵ ਨੰਬਰ ਹੈ ਨਹੀਂ। ਹਮ, ਤੇ ਇਹਦੇ 'ਚ ਤਾਂ ਨੈਗੇਟਿਵ ਨੰਬਰ ਵੀ ਹੈਗੇ ਨੇ, ਇਹਦੇ 'ਚ ਹੈ ਨਹੀਂ, ਤਾਂ ਇਹ ਦੋਨੋਂ ਹਾਂਜੀ ਇਕੁਅਲ ਹੋ ਸਕਦੇ ਆ। ਕੋਡ ਮੇਨ ਦੇ ਰੇਂਜ ਇਕੁਅਲ ਨਹੀਂ ਹੈਗੇ ਨਾ ਫਿਰ, ਹਾਂਜੀ ਜੇ ਇਕੁਅਲ ਨਹੀਂ ਹੈਗੇ ਤਾਂ ਫਿਰ ਔਨ ਟੂ ਹੈ ਨਹੀਂ, ਐਫ ਇਜ਼ ਨਾਟ ਔਨ ਟੂ। ਸੋ ਇਹ ਫੰਕਸ਼ਨ ਨਾ ਤਾਂ ਸਾਡਾ 1 1 ਹੈ, ਨਾ ਹੀ ਔਨ ਟੂ ਹੈ, ਜੇ ਅਸੀਂ ਇਹਨੂੰ ਆਰ ਟੂ ਆਰ ਲੈ, ਇਹ ਧਿਆਨ ਰੱਖਣਾ। ਹੁਣ ਠੀਕ ਹੈ ਥੋੜਾ ਜਿਹਾ ਚੇਂਜ ਕਰਦਾ ਮੈਂ, ਇਸੇ ਫੰਕਸ਼ਨ ਦਾ ਪਹਿਲਾਂ ਤਾਂ ਆਪਾਂ ਗ੍ਰਾਫ ਲੈਣਾ ਸੀ ਨਾ, ਗ੍ਰਾਫ ਡਰਾ ਕਰ ਲਈਏ, ਗ੍ਰਾਫ ਡਰਾ ਕਰਦੇ ਹਾਂ। ਗ੍ਰਾਫ ਲੈਣ ਲੱਗੇ ਸੀ, y is equal to x square ਦਾ ਗ੍ਰਾਫ ਲੈ ਲਿਆ। ਇਹਦੇ ਵਾਸਤੇ ਟੇਬਲ ਬਣਾਉਣੇ ਹੁੰਦੇ ਅਸੀਂ, ਇੱਥੇ x ਲਿਖ ਲੈਂਦੇ ਤੇ y ਲਿਖ ਲੈਂਦੇ ਤੇ ਇਹਦਾ ਟੇਬਲ ਬਣਾ ਲਈਏ। ਇੱਥੇ x ਦੀ ਵੈਲਿਊਜ਼ ਲਿਖੋ, ਚਲੋ x ਦੀ ਵੈਲਿਊ ਆਪਾਂ ਮੰਨ ਲਓ 0 ਲੈਣੀ ਤੇ y 0 ਆ ਗਿਆ, x1 ਲੈਤਾ ਤਾਂ y 1 ਆ ਗਿਆ, x2 ਲੈਤਾ ਤਾਂ y 4 ਆ ਗਿਆ, x3 ਲੈਤਾ ਤਾਂ y 9 ਆ ਗਿਆ। ਜੇ ਮੈਂ x -3 ਲੈ ਲੈਂਦਾ ਫਿਰ ਵੀ 9 ਆ ਗਿਆ, ਜੇ -2 ਲੈ ਲੈਂਦਾ ਫਿਰ 4 ਆ ਗਿਆ, -1 ਲੈ ਲੈਂਦਾ ਤਾਂ 1 ਆ ਗਿਆ, ਤਾਂ ਜੇ -4 ਲੈ ਲੈਂਦਾ 16 ਆ ਜਾਊਗਾ, ਜੇ ਤੇ 4 ਲੈ ਲੈਂਦਾ 16 ਆ ਜਾਊਗਾ। ਤਾਂ ਆਹ ਹੈਗਾ, ਦੇਖੋ ਤੁਸੀਂ, ਇੱਕ ਤਾਂ 1 1 ਤਾਂ ਇਹ ਹੈ ਨਹੀਂ, ਬੜਾ ਕਲੀਅਰ ਹੈ, ਕਿਉਂਕਿ 1 ਤੇ -1 ਤੇ ਸੇਮ ਵੈਲਿਊ ਆ ਰਹੀ ਹੈ ਸਾਡੇ ਕੋਲ, 2 ਤੇ -2 ਤੇ ਸੇਮ ਆ ਰਹੀ ਹੈ। ਸਾਡੇ ਕੋਲ ਤਾਂ ਇੱਕ ਵੀ ਇਹੋ ਜਿਹਾ ਪੁਆਇੰਟ ਮਿਲ ਗਿਆ ਸਾਨੂੰ, ਇੱਕ ਪੇਅਰ ਜਿਹਦੇ ਦੋਨਾਂ ਦੀ ਵੈਲਿਊ ਸੇਮ ਆ ਰਹੀ ਹੋਵੇ, ਪੁਆਇੰਟ ਡਿਫਰੈਂਟ ਹੋਣ, ਤਾਂ ਸਾਡਾ ਫੰਕਸ਼ਨ 1 1 ਨਹੀਂ ਹੁੰਦਾ। ਇਸ ਤਾਂ ਬਹੁਤ ਸਾਰੇ ਪੁਆਇੰਟਸ ਨੇ, ਇਨਫਿਨਿਟ ਪੁਆਇੰਟਸ ਇਸ ਤਰ੍ਹਾਂ ਦੇ। ਹਾਂਜੀ ਇਹਦਾ ਹੁਣ ਆਪਾਂ ਪਲਾਟ ਕਰਦੇ ਹਾਂ, ਹੈ ਪਲਾਟ ਕਰਕੇ ਤੇ ਫਿਰ ਗ੍ਰਾਫ ਡਰਾ ਕਰਕੇ ਦੇਖਦੇ ਹਾਂ ਅਸੀਂ ਕੀ ਬਣਦਾ ਸਾਡਾ ਗ੍ਰਾਫ ਦਾ। ਆਹ ਸਾਡਾ x ਐਕਸਿਸ ਦਾ y ਐਕਸਿਸ ਦਾ ਪਲਾਟ ਕਰ ਲਓ। ਪਹਿਲਾਂ 0 0 ਪੁਆਇੰਟ ਹੈ, ਆਹ ਪੁਆਇੰਟ ਹੈ, ਫਿਰ 1 1 ਹੈ, x1 y1 ਆਹ ਪੁਆਇੰਟ ਹੋ ਗਿਆ, ਫਿਰ x2 y4 ਹੈ, 1 2 3 4 ਆਹ ਵਾਲਾ ਪੁਆਇੰਟ ਹੋ ਗਿਆ। ਜਿਹੜੇ ਪੁਆਇੰਟਸ ਆਪਾਂ ਲੈਣੇ ਆ ਉਹਨਾਂ ਨੂੰ ਥੋੜੇ ਡਾਰਕ ਕਰ ਦਿੰਦੇ ਹਾਂ ਅਸੀਂ, ਠੀਕ ਹੈ 1 2 3 4 ਆਹ ਵਾਲਾ ਪੁਆਇੰਟ ਹੈ, ਵਿੱਚੋਂ ਫਾਲਤੂ ਪੁਆਇੰਟ ਆਪਾਂ ਨਹੀਂ ਕਰਦੇ। ਫਿਰ 3 ਤੇ 9 ਹੈ, ਹਾਂਜੀ 5 6 7 8 9 ਆਹ ਵਾਲਾ ਪੁਆਇੰਟ ਆ ਗਿਆ। 4 ਤੇ 16 ਹੈ ਜੀ 16 ਹੈ, 10 11 12 13 14 15 ਖਾਸਾ ਅੱਗੇ ਜਾ ਗਿਆ। ਇਸ ਤਰ੍ਹਾਂ ਹੀ ਇੱਧਰਲੇ ਪਾਸੇ ਜੇ ਆਪਾਂ ਨੈਗੇਟਿਵ ਲਈਏ, -1 ਤੇ ਦੀ ਵੈਲਿਊ ਕਿੰਨੀ ਹੈ 1, ਹਾਂਜੀ -2 ਤੇ ਦੀ ਵੈਲਿਊ ਕਿੰਨੀ ਹੈ 4 4, -3 ਤੇ ਦੀ ਵੈਲਿਊ ਹੈਗੀ ਹੈ 9। 9 ਇਸ ਤਰ੍ਹਾਂ ਜੇ ਮੈਂ ਇਹਨਾਂ ਨੂੰ ਪਲਾਟ ਕਰੂੰਗਾ ਨਾ ਫ੍ਰੀ ਹੈਂਡ ਨਾਲ, ਤਾਂ ਕੁਛ ਇਸ ਤਰ੍ਹਾਂ ਦਾ ਗ੍ਰਾਫ ਬਣਦਾ ਹੈ। ਹਾਂਜੀ ਇਹ ਹਾਂਜੀ ਪੈਰਾਬੋਲਾ ਕਹਿੰਦੇ ਇਹਨੂੰ ਅਸੀਂ, ਇਹ ਤੁਹਾਨੂੰ ਪਤਾ ਹੋਊਗਾ ਕੀ ਕਹਿੰਦੇ ਇਹਨੂੰ, ਠੀਕ ਹੈ ਪੈਰਾਬੋਲਾ, ਅਪਵਰਡ ਪੈਰਾਬੋਲਾ, ਉੱਪਰ ਵੱਲ ਨੂੰ ਹੈ ਨਾ, ਅਪਵਰਡ ਪੈਰਾਬੋਲਾ ਹੈ ਗ੍ਰਾਫ। ਹਾਂਜੀ ਤਾਂ ਹੁਣ ਇੱਕ ਚੀਜ਼ ਦੇਖੋ, 1 1 ਨੂੰ ਚੈੱਕ ਕਰਨ ਦਾ ਇੱਕ ਹੋਰ ਵੀ ਕੱਲ ਦੱਸਿਆ ਸੀ ਮੈਥਡ ਤੁਹਾਨੂੰ, ਕਿ ਜੇ ਕੋਈ ਲਾਈਨ ਪੈਰਲਲ ਟੂ ਐਕਸ ਐਕਸਿਸ ਡਰਾ ਕਰੀਏ, ਜੇ ਉਹ ਗ੍ਰਾਫ ਨੂੰ ਦੋ ਪੁਆਇੰਟਾਂ ਤੇ ਕੱਟ ਕਰਦੀ ਤਾਂ 1 1 ਨਹੀਂ ਹੁੰਦਾ। ਤਾਂ ਹੁਣ 2 ਤੇ ਕੱਟ ਕਰਦੀ ਪਈ ਆ, ਤਾਂ ਹਾਂ ਵੀ ਉਹ ਹੋਰ ਕਰੀਏ, ਜੇ ਇੱਕ ਵੀ ਲਾਈਨ ਇਸ ਤਰ੍ਹਾਂ ਦੀ ਹੋਵੇ ਜਿਹੜੀ ਗ੍ਰਾਫ ਨੂੰ ਐਕਸ ਐਕਸਿਸ ਦੇ ਪੈਰਲਲ ਡਰਾ ਕਰੀ ਤੇ ਗ੍ਰਾਫ ਨੂੰ ਦੋ ਪੁਆਇੰਟਾਂ ਤੇ, ਇੱਕ ਤੋਂ ਵੱਧ ਪੁਆਇੰਟਾਂ ਤੇ ਕੱਟ ਕਰ ਜੇ, ਤਾਂ ਉਹ ਫੰਕਸ਼ਨ 1 1 ਨਹੀਂ ਹੁੰਦਾ। ਠੀਕ ਹੈ ਅੱਛਾ, ਗ੍ਰਾਫ ਬ੍ਰੇਕ ਹੋ ਰਿਹਾ ਕਿਤੇ, ਇਹਦਾ ਗ੍ਰਾਫ ਇਨਫਿਨਿਟ ਤੱਕ ਜਾਊਗਾ, ਇੱਧਰ ਵੀ ਇਹ ਇਸ ਸਾਈਡ ਨੂੰ ਵੀ ਇਨਫਿਨਿਟ ਤੱਕ ਚਲਾ ਜਾਊਗਾ, ਇਸ ਸਾਈਡ ਨੂੰ ਵੀ ਇਨਫਿਨਿਟ ਤੱਕ ਚਲਾ ਜਾਊਗਾ, ਹਨਾ। ਤਾਂ ਫਿਰ ਬ੍ਰੇਕ ਤਾਂ ਹੁੰਦਾ ਨਹੀਂ ਕਿਤੇ, ਜੇ ਬ੍ਰੇਕ ਨਹੀਂ ਹੁੰਦਾ ਤਾਂ ਕੰਟੀਨਿਊਸ, ਹਾਂਜੀ ਇਟ ਇਜ਼ ਕੰਟੀਨਿਊਸ।
ਅਸੀਂ ਕੀ ਕੁਝ ਦੇਖ ਲਿਆ ਕਿ ਇਹ ਫੰਕਸ਼ਨ ਦਾ ਡੋਮੇਨ ਆਲ ਰੀਅਲ ਨੰਬਰਸ ਹੈ, ਇਹਦੀ ਰੇਂਜ 0 to infinity ਹੈ, ਇਹ 1 1 ਹੈ ਨਹੀਂ, ਇਹ ਔਨ ਟੂ ਵੀ ਹੈ ਨਹੀਂ, ਇਹ ਹਾਂਜੀ ਕੰਟੀਨਿਊਸ ਹੈਗਾ, ਇਹਦਾ ਗ੍ਰਾਫ ਸਾਡੇ ਕੋਲ ਆ ਹੈਗਾ। ਅੱਛਾ, ਜੇ ਮੈਂ ਇਸੇ ਫੰਕਸ਼ਨ ਨੂੰ ਫੰਕਸ਼ਨ ਦਾ ਹੀ ਲੈ ਲਿਆ fx = x², ਮੈਂ ਇਹਦੀ ਨਾ ਡੋਮੇਨ r ਤੋਂ ਕੋਡਮੇਨ ਚੇਂਜ ਕਰਦਾ, r ਪੋਜ਼ਿਟਿਵ ਲੈਣਾ ਚ, ਇਹ ਸਿਰਫ ਪੋਜ਼ਿਟਿਵ ਰੀਅਲ ਨੰਬਰਸ ਲੈਣਾ, ਮੈਂ ਮਤਲਬ ਨॉन ਨੈਗੇਟਿਵ ਰੀਅਲ ਨੰਬਰਸ ਲੈਣਾ ਚ, ਹਾਂਜੀ ਇਹ ਮੈਂ ਨੈਗੇਟਿਵ ਨੰਬਰ ਛੱਡਤੇ। ਪਹਿਲਾਂ ਠੀਕ ਇੱਧਰਲੇ ਪਾਸੇ ਆਪਾਂ ਆਲ ਰੀਅਲ ਨੰਬਰ ਲੈਤੇ ਸੀ ਨਾ, ਇੱਥੇ ਹੁਣ ਆਲ ਰੀਅਲ ਨੰਬਰ ਛੋਟਾ ਲੈ ਲਿਆ ਸੀ। ਪਹਿਲਾਂ ਸਾਡੇ ਕੋਲ ਸੀਗਾ ਸਾਰੀ ਰੀਅਲ ਲਾਈਨ ਪੂਰੀ, ਹੁਣ ਅਸੀਂ ਕੀ ਲਿੱਤੀ ਸਿਰਫ ਇਹ ਤੋਂ 0 ਤੋਂ ਲੈ ਕੇ ਇੱਧਰ ਤੱਕ ਆ ਕੱਲੀ ਆਰ ਪੋਜ਼ਿਟਿਵ, ਅਸੀਂ ਇੰਨਾ ਕੁ ਡੋਮੇਨ ਲੈ ਲਿਆ। ਹੁਣ ਇਹਦੀ ਰੇਂਜ ਕਿੰਨੀ ਆਈ ਇਸ ਫੰਕਸ਼ਨ ਦੀ? ਆਪਣੀ ਰੇਂਜ ਤਾਂ ਉਹੀ ਰਹੂਗੀ 0 to infinity, ਤੇ ਕੋਡ ਮੇਨ ਇਹਦੀ ਆਰ ਪੋਜ਼ਿਟਿਵ ਕੋਡ ਮੇਨ, ਦੋਨੋਂ ਬਰਾਬਰ ਨਹੀਂ ਹੈਗੇ ਫਿਰ। ਸੋ ਜਦੋਂ ਰੇਂਜ ਤੇ ਕੋਡ ਮੇਨ ਬਰਾਬਰ ਆ ਜਾਂਦੇ ਤਾਂ ਸਾਡਾ ਫੰਕਸ਼ਨ ਔਨ ਟੂ ਹੋ ਜਾਂਦਾ। ਮਤਲਬ ਹੁਣ ਕੋਈ ਵੀ ਪੁਆਇੰਟ ਇਹਦੇ 'ਚ ਤਾਂ ਜਦੋਂ ਸਾਡਾ ਆਹ ਫੰਕਸ਼ਨ ਸੀਗਾ ਆਰ ਟੂ ਆਰ ਸੀ, ਉਦੋਂ ਸਾਡੇ ਕੋਲ ਕੀ ਹੋ ਰਿਹਾ ਸੀਗਾ ਕਿ ਇਹਦੇ ਇਕੱਲੇ ਆਹ ਵਾਲੇ ਪੁਆਇੰਟਸ ਤਾਂ ਕਵਰ ਹੋ ਰਹੇ ਸੀਗੇ ਇਸ ਫੰਕਸ਼ਨ ਨਾਲ। ਸਾਡਾ ਫੰਕਸ਼ਨ ਕੀ ਕਰ ਰਿਹਾ ਸੀਗਾ, ਪੋਜ਼ਿਟਿਵ ਵੈਲਿਊਜ਼ ਲੈ ਰਿਹਾ ਸੀ, ਆ ਖਾਲੀ ਰਹਿ ਗਏ ਸੀਗੇ, ਆ ਵੈਲਿਊਜ਼ ਕੋਈ ਆ ਹੀ ਨਹੀਂ ਰਹੀ ਸਾਡੇ ਕੋਲ, ਤਾਂ ਇਸ ਕਰਕੇ ਸਾਡਾ ਇਹ ਔਨ ਟੂ ਨਹੀਂ ਸੀਗਾ। ਜਿਹੜਾ ਸਾਨੂੰ ਪ੍ਰੋਬਲਮ ਕ੍ਰੀਏਟ ਕਰਦਾ ਸੀ ਜਿਹੜਾ ਪੋਰਸ਼ਨ, ਅਸੀਂ ਉਹ ਛੱਡ ਹੀ ਦਿੱਤਾ। ਇਹ ਚੋਂ ਅਸੀਂ ਕੀ ਕਰਤਾ, ਇਹ ਚ ਲਈ ਆ ਛੱਡ ਹੀ ਦਿੱਤਾ, ਆ ਪੋਰਸ਼ਨ ਕੱਟਤਾ ਵਿੱਚੋਂ, ਅਸੀਂ ਕੱਲ ਆ ਹੀ ਰੱਖ ਲਿਆ ਡੋਮੇਨ ਕੋਡ ਮੇਨ। ਹੁਣ ਕੋਡ ਮੇਨ ਤੇ ਰੇਂਜ ਬਰਾਬਰ ਆ ਗਏ ਤਾਂ ਹੁਣ ਇਹ ਔਨ ਟੂ ਹੋ ਗਿਆ। So this is on to now. F is on. 1 1 ਹਜੇ ਵੀ ਨਹੀਂ ਹੈਗਾ, on to ਹੋ ਗਿਆ। ਜੇ ਇਸੇ ਫੰਕਸ਼ਨ ਨੂੰ ਮੈਂ fx = x² ਨੂੰ ਜੇ ਮੈਂ ਇਹਦਾ ਡੋਮੇਨ ਛੋਟਾ ਕਰ ਦਵਾਂ, ਆ ਨਾ ਰੱਖਾਂ, ਡੋਮੇਨ ਵੀ ਛੋਟਾ ਕਰ ਦਿੰਦਾ ਮੇਰਾ, f from r+ to r+ ਲੈ ਲੈਂਦਾ। ਹੁਣ ਦੇਖੋ, ਹੁਣ ਇਹ 1 1 ਵੀ ਹੋ ਗਿਆ ਹੁਣ, ਕਿਉਂਕਿ ਹੁਣ ਕੀ ਹੋਊਗਾ ਜਦੋਂ ਅਸੀਂ ਡੋਮੇਨ ਚ ਨੈਗੇਟਿਵ ਨੰਬਰ ਰੱਖੇ ਹੀ ਨਹੀਂ, ਅਸੀਂ ਕੱਲੇ ਪੋਜ਼ਿਟਿਵ ਰੀਅਲ ਨੰਬਰ ਰੱਖ ਲਏ, ਨੈਗੇਟਿਵ ਛੱਡ ਹੀ ਦਿੱਤੇ ਸੀ ਨੰਬਰਸ। ਜੇ ਨੈਗੇਟਿਵ ਛੱਡ ਦਿੱਤਾ ਗ੍ਰਾਫ ਬਣਨਾ ਹੀ ਨਹੀਂ ਸਾਡਾ ਇੱਧਰ ਇਹ ਵਾਲਾ ਪੋਰਸ਼ਨ। ਜੇ ਆ ਗ੍ਰਾਫ ਨਹੀਂ ਬਣਨਾ ਤਾਂ ਕਿਹੜਾ ਗ੍ਰਾਫ ਰਹਿ ਗਿਆ ਕੱਲਾ? ਆਹ ਵਾਲਾ ਗ੍ਰਾਫ ਰਿਹਾ ਸਾਡਾ ਕੱਲਾ। ਜੇ ਆ ਗ੍ਰਾਫ ਹੈ ਤਾਂ ਤੂੰ ਜਿਹੜਾ ਓਰੀਐਂਟਲ ਟੈਸਟ ਸੀਗਾ, ਜੇ ਅਸੀਂ ਕੋਈ ਵੀ ਲਾਈਨ ਪੈਰਲਲ ਟੂ ਐਕਸ ਐਕਸਿਸ ਡਰਾ ਕਰਾਂਗੇ ਤਾਂ ਇਹਨੂੰ ਕਿੰਨੇ ਥਾਵਾਂ ਤੇ ਕੱਟ ਕਰ ਦਈਏ? ਇੱਕ ਪੁਆਇੰਟ ਤੇ, ਤਾਂ ਫਿਰ 1 1 ਹੋ ਗਿਆ ਹੁਣ। ਸੋ ਇਹ ਸਾਡਾ ਫੰਕਸ਼ਨ ਜਿਹੜਾ ਹੈਗਾ 1 1 ਵੀ ਹੋ ਗਿਆ। ਕਲੀਅਰ ਸੀ? ਤਾਂ ਇਸੇ ਤਰ੍ਹਾਂ ਕਈ ਵਾਰੀ ਫੰਕਸ਼ਨ ਉਹੀ ਹੈ, x² ਫੰਕਸ਼ਨ ਹੀ ਹੈ, ਬਟ ਡੋਮੇਨ ਤੇ ਰੇਂਜ ਦੇ ਨਾਲ ਫਰਕ ਪੈ ਰਿਹਾ, ਡੋਮੇਨ ਤੇ ਕੋਡ ਮੇਨ ਨਾਲ ਫਰਕ ਪੈ ਰਿਹਾ। ਜਦੋਂ ਕੱਲੀ ਕੋਡ ਮੇਨ ਚੇਂਜ ਕੀਤੀ ਅਸੀਂ ਤਾਂ ਇਹ ਹੁਣ ਤੋਂ ਬਣਾ ਲਿਆ ਸੀ। ਇਸੇ ਲਈ ਅਸੀਂ ਡੋਮੇਨ ਵੀ ਚੇਂਜ ਕਰਤੀ ਤਾਂ ਇਹ 1 1 ਵੀ ਹੋ ਗਿਆ, ਰਾਈਟ? ਸੋ ਹਾਂ, ਅੱਛਾ, ਮੈਨੂੰ ਲੱਗਦਾ ਬਸ ਇਸ ਫੰਕਸ਼ਨ ਨਾਲ ਸਾਰਾ ਕੁਝ ਹੋ ਗਿਆ। ਹੁਣ ਅਸੀਂ ਹੋਰ ਫੰਕਸ਼ਨ ਲੈਣੇ ਆ ਜੀ। ਨੈਕਸਟ ਫੰਕਸ਼ਨ ਕੀ ਹੈ? ਅਸੀਂ ਉੱਥੇ ਆ ਗਏ। ਹਾਂਜੀ, ਇਹ ਹੈਗਾ, ਪਹਿਲਾਂ ਅਸੀਂ fx = x ਫੰਕਸ਼ਨ ਲੈਦਾ, ਹੁਣ fx = x ਕਰ ਲੈਤਾ ਸੀ। ਹੁਣ ਅਸੀਂ ਕੋਈ ਹੋਰ ਫੰਕਸ਼ਨ ਲੈ ਲਿਆ, fx = 1/x ਫੰਕਸ਼ਨ ਲੈ ਲਿਆ। ਇਹ ਫੰਕਸ਼ਨ ਬਾਰੇ ਕੀ ਕੁਝ ਪਤਾ ਸਾਨੂੰ? ਇਸ ਫੰਕਸ਼ਨ ਬਾਰੇ ਇਹ ਹੈਗਾ ਜੀ, ਡੋਮੇਨ ਕੀ ਹੈ ਇਸ ਫੰਕਸ਼ਨ ਦਾ? f is a function from r - 0 to r - 0। ਇਹ ਇਹਦਾ ਫੰਕਸ਼ਨ ਹੈ ਸਾਡਾ। ਕਿਉਂ 0 ਕਿਉਂ ਨਹੀਂ ਹੈਗਾ ਡੋਮੇਨ ਦੇ ਵਿੱਚ? ਡੋਮੇਨ ਅਸੀਂ r - 0 ਲੈਤੀ, 0 ਕਿਉਂ ਨਹੀਂ ਹੈਗਾ?
क्योंकि 0 ਜੇ ਅਸੀਂ ਲਵਾਂਗੇ f0 ਦੀ ਵੈਲਿਊ ਸਾਡੇ ਕੋਲ ਕੀ ਆਈ 1.0 1.0 is not defined so ਜਿੱਥੇ ਡਿਨੋਮੀਨੇਟਰ 0 ਹੋ ਜਾਂਦਾ ਹੈ ਉਹ ਪੁਆਇੰਟ ਸਾਡਾ ਡੋਮੇਨ ਦਾ ਪੁਆਇੰਟ ਨਹੀਂ ਹੁੰਦਾ ਇਸ ਕਰਕੇ ਅਸੀਂ ਉਹ ਪੁਆਇੰਟ ਨੂੰ ਜਿਹੜਾ ਹੈ ਡੋਮੇਨ 'ਚ ਨਹੀਂ ਲੈਂਦੇ ਤਾਂ ਸਾਡਾ ਡੋਮੇਨ r-0 ਹੈ ਹੁਣ ਇਹਦੀ ਹੋਰ ਡਿਸਕਸ ਕੀ ਕਰੀਏ ਅਸੀਂ ਇਹ ਫੰਕਸ਼ਨ ਤੁਹਾਡਾ ਡੋਮੇਨ ਹੋ ਗਿਆ ਕੋਡੋਮੇਨ ਕਿੰਨੀ ਹੈ ਇਹਦੀ ਕੋਡੋਮੇਨ ਸਾਡੀ ਆ ਹੈ ਹੁਣ ਆਪਾਂ ਚੈੱਕ ਕਰੀਏ ਕਿ ਇਹ ਫੰਕਸ਼ਨ 1 ਹੈਗਾ ਕਿ ਨਹੀਂ ਹੈਗਾ ਆਪਾਂ ਲੈਟ ਕਰ ਲਈਏ ਲੈਟ x1 is not equal to x2 and x1 x2 belongs to suppose r minus 0 ਇਹਨੂੰ ਬਿਲੋਂਗ ਕਰਨਾ ਮਤਲਬ ਕੀ ਹੈ ਕਿ x1 x2 0 ਨਹੀਂ ਹੈਗੀ ਤਾਂ what about 1/x1 ਤੇ 1/x2 ਇਹ ਇਕੁਅਲ ਹੋਣਗੇ ਕਿ ਨਹੀਂ ਹੋਣਗੇ ਜੇ x1 ਤੇ x2 ਇਕੁਅਲ ਨਹੀਂ ਹੈਗੇ ਤਾਂ ਕੀ 1/x1 ਤੇ 1/x2 ਇਕੁਅਲ ਹੋ ਸਕਦੇ ਆ ਇਹ ਵੀ ਨਹੀਂ ਇਕੁਅਲ ਹੋਣਗੇ ਅੱਛਾ ਇਹ ਕਿਹਦੀ ਵੈਲਿਊ ਹੈ ਇਹ fx1 ਦੀ ਵੈਲਿਊ ਆ ਕਿਹਦੀ ਵੈਲਿਊ ਹੈ fx2 ਦੀ ਵੈਲਿਊ ਹੈ ਆਹੀ ਹੈ ਨਾ ਫੰਕਸ਼ਨ ਸਾਡਾ ਇਹ ਕੀ ਕਰਦਾ ਫੰਕਸ਼ਨ ਹਰ ਇੱਕ x ਨੂੰ ਉਹਦੇ ਰੈਸਿਪਰੋਕਲ ਤੇ ਐਸੋਸੀਏਟ ਕਰ ਦਿੰਦਾ ਤਾਂ ਫਿਰ f of x1 is not equal to f of x2 ਅਸੀਂ ਕੀ ਸ਼ੋ ਕਰਤਾ ਕਿ ਜੇ x1 ਤੇ x2 ਇਕੁਅਲ ਨਹੀਂ ਤਾਂ ਇਹਨਾਂ ਦੇ f of x1 ਤੇ f of x2 ਵੀ ਇਕੁਅਲ ਨਹੀਂ ਤਾਂ ਫਿਰ f11 ਹੈ डिफरेंट पॉइंट्स ਦੇ ਇਮੇजेस ਵੀ ਡਿਫਰੈਂਟ ਹੈ ਤਾਂ ਇਹ 1 ਹੈ ਹੁਣ ਅਸੀਂ ਇਹਨੂੰ ਚੈੱਕ ਕਰਦੇ ਹਾਂ ਕਿ ਇਹ ਔਨ ਟੂ ਹੈ ਨਹੀਂ ਔਨ ਟੂ ਵਾਸਤੇ ਸਾਡੇ ਕੋਲ ਕੋਡ ਡੋਮੇਨ ਤਾਂ ਹੈਗੀ ਹੈ ਜੀ ਆ ਵਾਲੀ r-0 ਜੇ ਅਸੀਂ ਇਹਦੀ ਰੇਂਜ ਪਤਾ ਕਰ ਲਈ ਕਿ ਰੇਂਜ ਦਾ ਮਤਲਬ y ਦੀਆਂ ਕੀ ਪੋਸੀਬਲ ਵੈਲਿਊਜ਼ ਹੈ y ਦੀਆਂ ਪੋਸੀਬਿਲਿਟੀਜ਼ ਕੀ y is equal to 1/x है ना ਤੇ ਜੇ ਮੈਂ ਦੋਨੋਂ ਨੂੰ ਰੈਸਿਪਰੋਕਲ ਲੈਣਾ ਤਾਂ 1/yx ਹੋ ਜਾਊਗਾ y कैन नॉट बी 0 ਫਿਰ y 0 ਹੋ ਗਿਆ ਤਾਂ ਫਿਰ ਆ ਨॉट ਡਿਫਾਈਨਡ ਹੋ ਜਾਊ x ਦੀ ਵੈਲਿਊ ਨॉट ਡਿਫਾਈਨਡ ਹੋ ਜਾਊ ਤਾਂ y ਦੀ ਵੈਲਿਊ 0 ਨਹੀਂ ਹੋ ਸਕਦੀ y ਦੀ ਵੈਲਿਊ ਹੋਰ ਕੁਝ ਵੀ ਹੋ ਸਕਦੀ ਹੈ ਇਹਦਾ ਮਤਲਬ ਫਿਰ ਰੇਂਜ ਕੀ ਹੋਗੀ y ਦੀ ਵੈਲਿਊ ਕੀ ਹੈ ਕੱਲੀ 0 ਨਹੀਂ ਹੋ ਸਕਦੀ ਤਾਂ ਰੇਂਜ ਆਫ y is r-0 क्योंकि x की कोई भी वैल्यू हो सकती है तो y की भी कोई भी वैल्यू हो सकती है सिर्फ y की वैल्यू 0 नहीं हो सकती सो y की रेंज ते कोडोमेन इक्वल आ गए जे साडे कोले रेंज ते कोडोमेन इक्वल आ गए तो फंक्शन साडा f is on to तो ये 1 भी है on to भी है जे ਅਸੀਂ ਇਹਦਾ ਗ੍ਰਾਫ ਡਰਾ ਕਰਨਾ ਹੋਵੇ ਇਸ ਫੰਕਸ਼ਨ ਦਾ ਉਹ ਕਿਵੇਂ ਕਰਾਂਗੇ ਅਸੀਂ ਗ੍ਰਾਫ ਲਓ ਜੀ ਆਪਣਾ origin ਹੋਊਗਾ ਤੇ ਇਹਦਾ ਗ੍ਰਾਫ ਵਾਸਤੇ ਕੀ ਕਰਦੇ ਨੇ ਅਸੀਂ ਟੇਬਲ ਬਣਾ ਲੈਂਦੇ ਹਾਂ ਇੱਥੇ ਟੇਬਲ ਬਣਾ ਲੈਂਦੇ ਅਸੀਂ x ਦੀ ਵੈਲਿਊਜ਼ y ਦੀ ਵੈਲਿਊਜ਼ तो देखो मैं जिमें जिमें x ਨੂੰ ਆਪਾਂ ਇਨਕਰੀਜ਼ ਕਰਦੇ ਜਾਵਾਂਗੇ x1 ਲੈਤਾ y1 ਆ ਗਿਆ x2 ਲੈਤਾ y1/2 ਆ ਗਿਆ x5 ਲੈਤਾ y1.5 ਆ ਗਿਆ ਜੇ x10 ਲੈ ਤਾਂ y1.10 ਆ ਗਿਆ ਤਾਂ ਬਹੁਤ ਜਿੰਨਾ x ਵੱਡਾ ਹੁੰਦਾ ਜਾਂਦਾ y ਉਨਾ ਛੋਟਾ ਹੁੰਦਾ ਜਾਂਦਾ ਉਹ ਉਲਟਾ ਕਰਕੇ ਦੇਖੋ ਜੇ x ਨੂੰ ਛੋਟਾ ਕਰ ਲਈਏ ਜੇ x ਨੂੰ 1/2 ਲੈ ਤਾਂ y2 ਹੋ ਜਾਊਗਾ ਜੇ x ਨੂੰ 1/4 ਲੈ ਤਾਂ y4 ਹੋ ਜਾਊਗਾ ਜੇ x ਨੂੰ 1/10 ਲੈ ਤਾਂ y10 ਹੋ ਜਾਊਗਾ तो इन्होंने प्लॉट करिए जी पहला 1 पॉइंट है फिर आ सारे को पॉइंट्स ने इन्होंने प्लॉट कर दिए x1 y1 ऐसी कर लेना x1 y1 आ वाला पॉइंट x2 y1/2 y हाफ हो गया उसको कट गया हम x लेता 5 3 4 5 y 1/5 ਆਲਮੋਸਟ 0 ਦੇ ਨੇੜੇ ਪਹੁੰਚ ਗਿਆ ਇਹ 10 ਲੈਤਾ ਸੀ x ਨੂੰ x ਨੂੰ 10 ਲੈਤਾ ਤਾਂ ਕੀ ਆ ਗਿਆ
ਇਹ ਜਮਾਂ ਹੀ ਜ਼ੀਰੋ ਉਹ ਬਣ ਗਿਆ ਹੈ। ਤੇ ਜੇ ਅਸੀਂ x ਨੂੰ 1/2 ਲੈ ਲੈਂਦੇ, ਹਾਫ ਕਰ ਲੈਂਦੇ ਹਾਂ, ਇੱਥੇ ਲੈ ਲੈਂਦੇ x ਨੂੰ, y2 ਹੋ ਗਿਆ। ਜੇ x ਨੂੰ ਅਸੀਂ 1/4 ਕਰ ਲੈਂਦੇ, ਬਹੁਤ ਛੋਟਾ ਕਰ ਲੈਂਦੇ, ਹੋਰ ਛੋਟਾ ਕਰ ਲੈਂਦੇ, ਤਾਂ y4 ਹੋ ਗਿਆ। ਜੇ x ਨੂੰ ਅਸੀਂ ਜਮਾਂ ਹੀ ਜ਼ੀਰੋ ਦੇ ਨੇੜੇ ਲੈ ਲੈਣਾ 1/10, ਤਾਂ ਇਹ 10 ਹੋ ਗਿਆ। ਤਾਂ ਤੁਹਾਡਾ ਗ੍ਰਾਫ ਕੀ ਬਣ ਰਿਹਾ ਜੇ ਇਹਨਾਂ ਨੂੰ ਅਸੀਂ ਪਲਾਟ ਜੁਆਇਨ ਕਰੀਏ ਫ੍ਰੀ ਹੈਂਡ ਸਕੈਚ ਨਾਲ। ਫ੍ਰੀ ਹੈਂਡ ਸਕੈਚ ਨਾਲ ਇਸ ਤਰ੍ਹਾਂ ਦਾ ਗ੍ਰਾਫ ਬਣੂਗਾ ਇਹਦਾ। ਅਸਿਮਟੋਟ ਬਣ ਜਾਂਦਾ, ਇਹਨੂੰ ਅਸਿਮਟੋਟ ਕਹਿੰਦੇ ਆ। ਜਿਹੜਾ ਐਕਸ ਐਕਸਿਸ ਹੈ ਨਾ ਸਾਡਾ ਗ੍ਰਾਫ, ਇਹਦੇ ਨੇੜੇ ਨੇੜੇ ਆਉਂਦਾ ਜਾਂਦਾ, ਟੱਚ ਨਹੀਂ ਕਰਦਾ, ਪਰ ਇਹਨੂੰ ਅਸੀਂ ਅਸਿਮਟੋਟ ਕਹਿੰਦੇ ਆ। ਇਸੇ ਤਰ੍ਹਾਂ ਹੀ ਇਹਦਾ ਗ੍ਰਾਫ ਜਿਹੜਾ ਹੈਗਾ ਉਹ ਕੁਛ ਇਧਰੋਂ ਵੀ ਬਣੂਗਾ, ਇੱਧਰਲੇ ਪਾਸੇ ਵੀ ਇਸ ਤਰ੍ਹਾਂ ਦਾ ਗ੍ਰਾਫ। ਆ ਇਹਦਾ ਗ੍ਰਾਫ ਹੁੰਦਾ। ਹੁਣ ਤੁਸੀਂ ਇੱਕ ਚੀਜ਼ ਦੇਖੋ, ਇਹਦਾ ਗ੍ਰਾਫ ਕਿਤੇ ਬ੍ਰੇਕ ਹੁੰਦਾ ਕਿਉਂ? ਆਪਣਾ ਜਸ਼ ਸੋ ਤਾਂ ਨਹੀਂ ਗਿਆ? ਨਹੀਂ ਸਰ, ਬ੍ਰੇਕ ਤਾਂ ਨਹੀਂ ਹੋਣਾ। ਬ੍ਰੇਕ ਨਹੀਂ ਹੋ ਰਿਹਾ ਇੱਕ ਥਾਂ ਤੇ, ਜ਼ੀਰੋ ਤੇ ਬ੍ਰੇਕ, ਜ਼ੀਰੋ ਤੇ ਬ੍ਰੇਕ ਹੋ ਰਿਹਾ ਇੱਕ ਥਾਂ ਤੇ। ਜ਼ੀਰੋ ਤੇ ਨਹੀਂ, ਜ਼ੀਰੋ ਤੇ ਤੋਂ ਲੈਫਟ ਤੇ ਤਾਂ ਗ੍ਰਾਫ ਸਾਡਾ ਇੱਧਰ ਨੂੰ ਜਾ ਰਿਹਾ, ਮਾਈਨਸ ਇਨਫਿਨਿਟੀ ਵੱਲ। ਜਦੋਂ ਜ਼ੀਰੋ ਕ੍ਰਾਸ ਕਰਦੇ ਆ ਗ੍ਰਾਫ ਇਹਦਾ ਪਲੱਸ ਇਨਫਿਨਿਟੀ ਨੂੰ ਹੋ ਜਾਂਦਾ ਇੱਕਦਮ। ਫਿਰ ਕੀ ਕਹਾਂਗੇ ਆਪਾਂ ਇਹਨੂੰ? ਬ੍ਰੇਕ ਹੋ ਰਿਹਾ ਜ਼ੀਰੋ ਤੇ, ਹਨਾ। ਪਰ ਜ਼ੀਰੋ ਇਹਦੇ ਡੋਮੇਨ 'ਚ ਹੀ ਹੈ ਨਹੀਂ, ਜ਼ੀਰੋ ਦਾ ਡੋਮੇਨ ਦਾ ਪੁਆਇੰਟ ਹੀ ਹੈ ਨਹੀਂ। ਹਾਂਜੀ ਸਰ। ਤੇ ਇਸ ਕਰਕੇ ਜ਼ੀਰੋ ਤੇ ਸਾਨੂੰ ਚੈੱਕ ਕਰਨ ਦੀ ਲੋੜ ਹੀ ਨਹੀਂ। ਸੋ ਇਹ ਸਾਡਾ ਫੰਕਸ਼ਨ ਜਿਹੜਾ ਹੈ ਕੰਟੀਨਿਊਸ ਹੈ। ਹਾਂਜੀ, ਬ੍ਰੇਕ ਹੀ ਨਹੀਂ ਹੁੰਦਾ ਕਿਉਂਕਿ ਜ਼ੀਰੋ ਦੇ ਉੱਪਰ f is continuous ਵੀ ਹੈ। ਤਾਂ ਅਸੀਂ ਇੱਕ ਸਿੰਪਲ ਜਿਹਾ ਫੰਕਸ਼ਨ ਲੈਣਾ, ਕਾਂਸਟੈਂਟ ਫੰਕਸ਼ਨ। ਕਾਂਸਟੈਂਟ ਫੰਕਸ਼ਨ ਬਾਰੇ ਕੀ ਹੈਗਾ? ਕਾਂਸਟੈਂਟ ਫੰਕਸ਼ਨ ਇਹ ਫੰਕਸ਼ਨ y is equal to fx is equal to c. c is a constant। ਤਾਂ ਇਹ ਫੰਕਸ਼ਨ ਦਾ ਡੋਮੇਨ ਕੀ ਹੈ? ਆਲ ਰੀਅਲ ਨੰਬਰਸ। ਕੋ ਮਰਜੀ x ਲਓ, ਇਹਦੀ ਵੈਲਿਊ c ਹੀ ਰਹੂਗੀ। 1 ਤੇ ਵੀ c, 2 ਤੇ ਵੀ c, ਹਾਫ ਤੇ ਵੀ c, √2 ਤੇ ਵੀ c, ਸਭ ਥਾਂ ਤੇ c ਆਉਂਦੀ ਇਹਦੀ ਵੈਲਿਊ। ਇਹਦੀ ਰੇਂਜ ਕੀ ਹੈ? ਰੇਂਜ ਦੀ ਕੱਲੀ c, ਓਨਲੀ 1 ਪੁਆਇੰਟ। ਤਾਂ ਜੇ ਅਸੀਂ ਫੰਕਸ਼ਨ from r to c ਲੈ ਲਾਂਗੇ ਤਾਂ ਇਹ 1 1 ਹੈਗਾ ਕਿ ਨਹੀਂ ਹੈਗਾ? ਪਹਿਲਾਂ ਡੋਮੇਨ ਇਹਦਾ ਕੀ ਹੈ? ਆਲ ਰੀਅਲ ਨੰਬਰਸ। ਰੇਂਜ ਇਹਦੀ ਕੀ ਹੈ? ਰੇਂਜ ਕੱਲੀ 1 ਪੁਆਇੰਟ c। ਤੇ ਇਹ 1 1 ਹੈਗਾ ਕਿ ਨਹੀਂ ਹੈਗਾ? ਇਹ ਨੋਟ 1 1 ਹੈ। ਨੋਨ ਹੈ ਨਹੀਂ ਗਈ। ਹਾਂ, ਕਿਉਂਕਿ ਇਹ ਤਾਂ ਇਨਫਿਨਿਟ ਪੁਆਇੰਟ c ਤੇ ਜਾ ਰਹੇ, ਸਾਰੇ ਪੁਆਇੰਟ c ਤੇ ਜਾ ਰਹੇ। ਹਾਂਜੀ। ਇਹ ਤੇ ਔਨ ਟੂ ਹੈਗਾ ਕਿ ਨਹੀਂ ਹੈਗਾ? ਇਹ ਔਨ ਟੂ ਵੀ ਨਹੀਂ ਹੈਗਾ। ਔਨ ਟੂ ਜੇ ਤਾਂ ਅਸੀਂ ਇਹਦੀ ਆ ਰੱਖਾਂਗੇ ਕੋਡ ਮੇਨ, ਫਿਰ ਤਾਂ ਰੇਂਜ ਵੀ ਇਹੀ ਹੈ, ਕੋਡ ਮੇਨ ਵੀ ਇਹ, ਫਿਰ ਤਾਂ ਇਕੁਅਲ ਆ ਗਏ। ਫਿਰ ਤਾਂ ਹੈਗਾ ਔਨ ਟੂ ਹੈਗਾ। ਹਾਂਜੀ ਹਾਂਜੀ, ਨੋਟ 1 1 ਔਨ ਟੂ ਹੈਗਾ, ਬਟ ਔਨ ਟੂ। ਜੇ ਇੱਥੇ ਸਾਡੇ ਕੋਲ c ਦੀ ਬਜਾਏ r ਰੱਖਿਆ ਹੁੰਦਾ ਹਾਂਜੀ, ਫਿਰ ਇਹਨੇ ਔਨ ਟੂ ਨਹੀਂ ਹੋਣਾ ਸੀਗਾ। ਠੀਕ ਹੈ। ਹੁਣ ਔਨ ਟੂ ਹੈਗਾ ਇਹ। ਸੋ ਦਿਸ ਇਜ਼ ਨੋਟ 1 1 ਬਟ ਔਨ ਟੂ। ਅੱਛਾ, ਹੋਰ ਆਪਾਂ ਕੀ ਦੇਖਣਾ ਹੁੰਦਾ? ਡੋਮੇਨ ਦੇਖ ਲਈ, ਰੇਂਜ ਦੇਖ ਲਈ। ਇਹਦਾ ਗ੍ਰਾਫ ਦੇਖੀਏ ਅਸੀਂ ਕੀ ਹੈ। ਗ੍ਰਾਫ ਬੜਾ ਸਿੰਪਲ ਹੈ। ਸਾਡੇ ਕੋਲ ਗ੍ਰਾਫ ਇਹਦਾ ਸਾਡਾ ਓਰੀਜਨ ਹੈਗਾ, x ਐਕਸਿਸ ਹੈ, y ਐਕਸਿਸ ਹੈ। ਤਾਂ ਹੁਣ x ਕੁਝ ਮਰਜ਼ੀ ਲਈਏ, y ਦੀ ਵੈਲਿਊ ਕਿੰਨੀ ਆਉਂਦੀ ਪਈ ਹੈ? c। ਜੇ ਆ c, ਇੱਥੇ x ਲੈਤਾ ਤਾਂ ਵੀ c, x ਲੈਤਾ ਤਾਂ ਵੀ c, x ਇੱਧਰ ਲੈਤਾ ਨੈਗੇਟਿਵ ਲੈਤਾ ਤਾਂ ਵੀ c। ਤਾਂ ਆ y ਇਜ਼ ਇਕੁਅਲ c ਗ੍ਰਾਫ ਹੋ ਰਿਹਾ ਸਾਡਾ। ਤਾਂ ਕਿਤੇ ਬ੍ਰੇਕ ਹੋ ਰਿਹਾ ਗ੍ਰਾਫ ਇਹਦਾ? ਨਹੀਂ ਹੋ ਰਿਹਾ ਜੀ। ਨਹੀਂ, ਇਹ ਕੰਟੀਨਿਊਸ ਹੈਗਾ। ਹਾਂਜੀ, ਇਹ ਕੰਟੀਨਿਊਸ ਵੀ ਹੈਗਾ। ਆਪਾਂ ਕੰਟੀਨਿਊਸ ਫੰਕਸ਼ਨਸ ਪੜ੍ਹੇ ਸੀ ਨਾ।
ਤਾਂ ਉੱਥੇ ਵੀ ਇਹ ਕੰਟੀਨਿਊਸ ਫੰਕਸ਼ਨ ਵੀ ਪ੍ਰੂਵ ਕੀਤਾ ਸੀ ਅਸੀਂ, ਜੇ ਤੁਹਾਨੂੰ ਯਾਦ ਹੋਵੇ। ਹੁਣ ਅਸੀਂ ਹੋਰ ਫੰਕਸ਼ਨ ਲੈ ਲਈਏ, ਕੁਛ ਦੋ ਚਾਰ। ਇੱਕ ਅਸੀਂ ਟ੍ਰਿਗਨੋਮੈਟ੍ਰਿਕਲ ਫੰਕਸ਼ਨ ਲਈਏ, fx is equal to sin x ਲੈ ਲਈਏ। ਇਹਦਾ ਡੋਮੇਨ ਕੀ ਹੈ? +1 ਸ਼ਾਇਦ ਤੁਹਾਨੂੰ ਪੜਾਇਆ ਹੋਵੇ ਕਿਸੇ ਨੇ, ਡੋਮੇਨ ਆਫ ਦਿਸ ਫੰਕਸ਼ਨ ਹੈ ਕਿਸੇ ਨੂੰ ਪਤਾ? ਹਾਂਜੀ ਕੀ ਹੈ? ਕੋਈ ਇਸ ਤਰ੍ਹਾਂ x ਹੈ, ਇਹਨੂੰ ਸੋਚਣ ਦਾ ਕੀ ਤਰੀਕਾ ਡੋਮੇਨ ਕੱਢਣ ਦਾ? ਤੁਸੀਂ ਇਹਨੂੰ ਐਂ ਦੇਖੋ ਵੀ ਕੋਈ ਇਹੋ ਜਿਹਾ ਪੁਆਇੰਟ ਹੈ ਜਿੱਥੇ ਸਾਈਨ ਦੀ ਵੈਲਿਊ ਨਹੀਂ ਆਉਂਦੀ, ਕੋਈ ਵੀ ਇਹੋ ਜਿਹਾ x ਹੈਗਾ? 0 ਸਰ। 0 ਦੇ ਤਾਂ 0 ਆ ਜਾਂਦੀ ਇਹਦੀ ਵੈਲਿਊ। ਸਾਰਿਆਂ ਤੇ ਆਉਂਦੀ ਹੈ ਸਰ ਇੱਕ ਵਾਰੀ। ਹਾਂ ਸਾਰੇ ਦਾ ਮੈਂ ਨਾ ਇਹ ਫੰਕਸ਼ਨ ਨੂੰ ਬਾਅਦ ਚ ਕਰਦੇ ਆਪਾਂ, ਹਾਂਜੀ ਸਾਰੇ ਇਕੱਠੇ ਅੱਜ ਹੋਣਾ ਹੀ ਨਹੀਂ। ਅੱਜ ਆਪਾਂ ਕੋਈ ਹੋਰ ਫੰਕਸ਼ਨ ਲੈ ਲੈਂਦੇ ਹਾਂ, ਐਕਸਪੋਨੈਂਸ਼ੀਅਲ ਫੰਕਸ਼ਨ ਲੈ ਲਓ। ਚਲੋ ਮੈਂ y is equal to e per x। ਇਹ ਫੰਕਸ਼ਨ ਦਾ ਡੋਮੇਨ ਕੀ ਹੈ ਬਈ? ਆਲ ਰੀਅਲ ਨੰਬਰਸ ਹੈ, ਜੋ ਕੋ ਮਰਜ਼ੀ x ਲੈ ਲਓ ਇਹਦੀ ਵੈਲਿਊ ਆ ਜਾਂਦੀ ਤੁਹਾਡੇ ਕੋਲ। ਹਾਂਜੀ ਆਲ ਰੀਅਲ ਨੰਬਰਸ। ਇਹਦੀ ਰੇਂਜ ਕੀ ਹੈ? ਇਹਦੀ ਰੇਂਜ ਕੀ ਹੈ? ਰੇਂਜ ਵੀ ਸਰ ਇਹਦੀ ਆ ਰਹੀ ਹੈ, ਇਹਦੀ 0 to infinity। ਤੂੰ ਕੁਝ ਮਰਜ਼ੀ x ਲੈ ਕੇ ਦੇਖ, ਚਾਹੇ ਆਪਾਂ x0 ਲੈ ਲਈਏ, f0 ਦੀ ਵੈਲਿਊ ਕਿੰਨੀ ਆਈ? e per 0, e to power 0 1 ਹੁੰਦਾ। ਜੇ ਆਪਾਂ ਨੈਗੇਟਿਵ ਨੰਬਰ ਲੈ ਲਿਆ ਕੋਈ, -1 ਲੈ ਲਿਆ ਤਾਂ e to power -1 ਹੋ ਗਿਆ, ਇਹ 1 upon e ਹੋ ਗਿਆ। ਇਹ ਫਿਰ ਵੀ ਪੋਜ਼ਿਟਿਵ ਹੈ, ਤੇ ਕਦੇ ਵੀ 0 ਨਹੀਂ ਹੁੰਦਾ, ਕਦੇ ਵੀ ਨਾ ਹੀ ਇਹ ਨੈਗੇਟਿਵ ਹੋਵੇ। ਤਾਂ ਇਹਦੀ ਵੈਲਿਊ ਹਮੇਸ਼ਾ 0 ਤੋਂ ਉੱਪਰ ਰਹੂਗੀ, ਇਸੇ ਕਰਕੇ ਇਹਦੀ ਰੇਂਜ 0 to infinity ਹੈ। ਸੋ ਜੇ ਤਾਂ ਇਹ ਫੰਕਸ਼ਨ ਸਾਨੂੰ ਕਿਹਾ ਹੋਵੇ r to r, ਫਿਰ ਤਾਂ ਇਹ ਔਨ ਟੂ ਹੈ ਨਹੀਂ। ਹਾਂਜੀ ਕਿਉਂ? ਕਿਉਂਕਿ ਰੇਂਜ 0 to infinity ਕੋਡ ਮੇਨ ਰੀਅਲ ਨੰਬਰਸ ਤਾਂ ਇਕੁਅਲ ਨਹੀਂ ਹੈਗੇ, ਤਾਂ ਔਨ ਨਾਟ ਔਨ ਟੂ। ਪਰ ਜੇ ਸਾਨੂੰ ਫੰਕਸ਼ਨ ਕਹਦੇ r to ਪੋਜ਼ਿਟਿਵ ਰੀਅਲ ਨੰਬਰ 0 to infinity ਆ ਲੈ ਲੈ, ਫਿਰ ਇਹ ਔਨ ਟੂ ਹੋ ਜਾਊਗਾ। ਫੰਕਸ਼ਨ ਉਹੀ ਹੈ। ਹਾਂ, ਹੁਣ ਇਹ 1 1 ਹੈਗਾ ਕਿ ਨਹੀਂ ਹੈਗਾ? ਇਹ 1 1 ਵੀ ਹੈ ਗ੍ਰਾਫ ਸਾਡਾ ਫੰਕਸ਼ਨ। ਤੂੰ ਡਿਫਰੈਂਟ x ਲਏਗਾ, if x1 is not equal to x2, ਤਾਂ ਤੁਹਾਡੇ ਕੋਲ e ਦੀ ਪਾਵਰ x1 e to x1 e to power x2 ਦੇ ਬਰਾਬਰ ਹੋ ਸਕਦੇ ਆ? ਨਹੀਂ ਹੁੰਦੀ ਨਾ। ਤਾਂ ਫਿਰ ਇਹ ਹੈਗੀ fx1 ਦੀ ਵੈਲਿਊ, ਆ ਹੈਗੀ fx2 ਦੀ ਵੈਲਿਊ। ਤਾਂ ਇਹਦਾ ਮਤਲਬ fx1 is not equal to fx2। ਤਾਂ ਜੇ x1 ਤੇ x2 ਇਕੁਅਲ ਹੈ ਨਹੀਂ, ਤਾਂ ਇਹਨਾਂ ਦੀ ਵੈਲਿਊਜ਼ ਵੀ ਇਕੁਅਲ ਹੈ ਨਹੀਂ, ਤਾਂ ਫੰਕਸ਼ਨ 1 1 ਹੈਗਾ। therefore f is 1 1 ਹੈਗਾ, ਔਨ ਟੂ ਹੈ ਨਹੀਂ। ਜੇ ਆ ਹੈਗਾ ਤਾਂ ਔਨ ਟੂ ਹੈ ਨਹੀਂ, ਜੇ ਆ ਹੈਗਾ ਤਾਂ ਔਨ ਟੂ ਹੈਗਾ। ਧਿਆਨ ਰੱਖਣਾ ਬਸ ਅਸੀਂ। ਸੋ ਹੁਣ ਅਸੀਂ ਦੇਖਦੇ ਹਾਂ ਇਹਦਾ ਗ੍ਰਾਫ ਕੀ ਹੈ। ਗ੍ਰਾਫ ਵਾਸਤੇ ਅਸੀਂ ਪਲਾਟ ਕਰੀਏ ਟੇਬਲ ਬਣਾ ਕੇ। ਤੁਸੀਂ ਕੋਈ ਮਰਜ਼ੀ ਵੈਲਿਊਜ਼ ਲਈ ਚਲੋ, x ਦੀਆਂ ਤੇ f ਦੀਆਂ ਵੈਲਿਊਜ਼ ਲਿਖ ਲਈਏ, y ਦੀਆਂ ਵੈਲਿਊਜ਼, f ਨੂੰ y ਲਿਖ ਦਿੰਦੇ ਅਸੀਂ। ਜਦੋਂ ਆਪਾਂ x0 ਲੈਤਾ y 1 ਆ ਗਿਆ, x1 ਲੈਤਾ y e ਆ ਗਿਆ, ਹੈ ਨਾ। ਇਸ ਪੁੱਟ ਕਰਾਂਗੇ x ਨੂੰ 1, y ਦੀ ਵੈਲਿਊ ਕੀ ਆ ਗਈ। ਜੇ x ਨੂੰ 2 ਪੁੱਟ ਕਰਾਂਗੇ, ਇਹ e ਸਕੁਅਰ ਆ ਜੂਗੀ। e ਜਿਹੜਾ ਨਾ e 2.71 ਹੁੰਦਾ ਹੈ, ਤਾਂ ਇਹਦਾ ਸਕੁਅਰ ਕਿੰਨਾ ਹੋਊ ਫਿਰ? 2.71 7.29 ਦੇ ਨੇੜੇ ਦੇ ਥੋੜਾ ਜਿਹਾ ਉੱਤੇ ਆ ਜਾਊ। ਤੇ ਇਸ ਤਰ੍ਹਾਂ ਹੀ ਜਿਵੇਂ ਜਿਵੇਂ ਆਪਾਂ x ਵਧਾਉਂਦੇ ਜਾਵਾਂਗੇ ਇਹਦੀ ਵੈਲਿਊ ਵੱਧਦੀ ਜਾਊਗੀ। ਜੇ ਅਸੀਂ ਘਟਾਉਂਦੇ ਜਾਈਏ, -1 ਲੈ ਲਈਏ, ਫਿਰ 1 upon e ਆ ਗਿਆ। ਜਦੋਂ ਮੈਂ x ਨੂੰ -1 ਲਊਂਗਾ, ਇੱਥੇ e ਦੀ ਪਾਵਰ -1 ਹੋ ਗਿਆ, 1 upon e ਆ ਗਿਆ। 1 upon e ਦੀ ਵੈਲਿਊ ਵੀ ਕਿੰਨੀ ਕੁ ਆ ਜੂ ਅੰਦਾਜ਼ੇ ਨਾਲ ਸਾਡੀ? 2.71 ਤੇ ਡਿਵਾਈਡ ਕਰਾਂਗੇ ਤਾਂ 0.35 ਦੇ ਨੇੜੇ ਜਾ ਜੂ ਕੁਛ। 37 ਆ ਜੀ ਸ਼ਾਇਦ, ਅਪਰੋਕਸੀਮੇਟ ਜੀ ਵੈਲਿਊ ਪੱਕਾ ਨਹੀਂ। ਠੀਕ ਹੈ ਜੀ। ਤੇ ਜੇ ਅਸੀਂ -2 ਲੈ ਲਾਂਗੇ, ਫਿਰ 1 upon e ਸਕੁਅਰ ਹੋ ਜਾਊ। 1 upon e ਸਕੁਅਰ ਤਾਂ ਹੋਰ ਵੀ ਛੋਟਾ, e ਸਕੁਅਰ ਤਾਂ ਵੱਡਾ ਹੋ ਗਿਆ ਨਾ।
e square ਹੈਗਾ 7.29 ਸੋ 1/7.29 ਤੇ ਡਿਵਾਈਡ ਕਰਾਂਗੇ ਅਸੀਂ ਉਹ ਹੋਰ ਵੀ ਬਹੁਤ ਛੋਟਾ ਹੋ ਜੂ 0.111 ਦੇ ਨੇੜੇ ਨੇੜੇ ਆ ਜੂ ਕੁਛ ਇਸ ਤਰ੍ਹਾਂ ਦੇ ਪੁਆਇੰਟਸ ਆ ਜਾਣਗੇ ਸੋ ਜੀ ਇਹਨਾਂ ਨੂੰ ਪਲਾਟ ਕਰੀਏ ਅਸੀਂ ਦੇਖਦੇ ਪਲਾਟ ਕਰਕੇ ਕੀ ਗ੍ਰਾਫ ਬਣਦਾ ਠੀਕ ਹੈ ਜੀ ਆ ਸਾਡਾ ਹੈਗਾ ਰੀਜ਼ਨ ਇੱਕ ਤਾਂ x0/1 ਆ ਗਿਆ ਆਹ ਵਾਲਾ ਪੁਆਇੰਟ ਤੇ ਜੇ x1 ਲੈਣੇ ਤਾਂ y 2.71 ਆ ਗਿਆ ਇੱਥੇ ਜਾ ਰਿਹਾ ਜੇ ਅਸੀਂ 2 ਲੈਣੇ ਆ ਤਾਂ 7 ਪੁਆਇੰਟ ਸਮਥਿੰਗ ਆ ਗਿਆ ਇੱਥੇ ਆ ਜੂਗਾ 2 ਤੇ ਇੱਥੇ ਜਾ ਜੂਗਾ ਜੇ ਹੋਰ ਵੱਡਾ ਲਵਾਂਗੇ ਹੋਰ ਬਹੁਤ ਵੱਡਾ ਹੋ ਜੂਗਾ ਅੱਛਾ ਜੇ ਅਸੀਂ -1 ਲੈਣੇ ਆ -1 ਤੇ ਦੀ ਵੈਲਿਊ 0.37 ਥੋੜੀ ਜਿਹੀ ਆ ਗਈ ਜੇ ਅਸੀਂ -2 ਲੈਣੇ ਤਾਂ ਹੋਰ ਬਾਹਲਾ ਹੀ ਥੋੜੀ ਆ ਗਈ ਤਾਂ ਇਹਨਾਂ ਨੂੰ ਜੇ ਪਲਾਟ ਕਰਾਂਗੇ ਅਸੀਂ ਜੁਆਇਨ ਕਰਾਂਗੇ ਨਾ ਫ੍ਰੀ ਹੈਂਡ ਸਕੈਚ ਤਾਂ ਇਸ ਤਰ੍ਹਾਂ ਇਨਕਰੀਜ਼ ਕਰਦਾ ਜਾਂਦਾ ਹੈ ਇਹਨੂੰ ਐਕਸਪੋਨੈਂਸ਼ੀਅਲ ਫੰਕਸ਼ਨ ਕਹਿੰਦੇ ਆ ਅਸੀਂ ਠੀਕ ਹੈ ਤੇ ਇੱਧਰ ਇਹ x ਐਕਸਿਸ ਦੇ ਨੇੜੇ ਨੇੜੇ ਆਉਣਾ ਜਾਂਦਾ ਪਰ ਟੱਚ ਨਹੀਂ ਕਰਦਾ x ਐਕਸਿਸ ਨੂੰ ਠੀਕ ਹੈ ਇਹ ਸਾਡਾ ਗ੍ਰਾਫ ਇਹਦਾ ਐਕਸਪੋਨੈਂਸ਼ੀਅਲ ਫੰਕਸ਼ਨ ਦਾ ਗ੍ਰਾਫ ਹੈ ਕਿਤੇ ਬ੍ਰੇਕ ਹੁੰਦਾ ਹੈ ਨਹੀਂ ਹੁੰਦਾ ਹੈਗਾ ਕੰਟੀਨਿਊਸ ਹੈ ਕੰਟੀਨਿਊਸ ਤੇ ਇਹ ਇਹਨੂੰ ਕਿਸੇ ਵੀ ਲਾਈਨ ਪੈਰਲਲ ਟੂ x ਐਕਸਿਸ ਡਰਾ ਕਰਾਂਗੇ ਇੱਕ ਤੋਂ ਜ਼ਿਆਦਾ ਪੁਆਇੰਟ ਤੇ ਕੱਟ ਨਹੀਂ ਕਰਦਾ ਇੱਕ ਥਾਂ ਦੀ ਕੱਟ ਕਰਦਾ ਤਾਂ ਇਹ 1 ਵੀ ਆਪਾਂ ਪਹਿਲਾਂ ਵੀ ਕਿਹਾ 1 ਸੋ ਅਸੀਂ ਆ ਕੁਝ ਫੰਕਸ਼ਨਸ ਕੀਤੇ ਆ ਕੱਲ ਆਪਾਂ ਨਾ ਟ੍ਰਿਗਨੋਮੈਟ੍ਰਿਕਲ ਫੰਕਸ਼ਨਸ ਕਰਾਂਗੇ ਇਸ ਤਰ੍ਹਾਂ ਦਾ ਡੋਮੇਨ ਰੇਂਜ ਬਰਨੋਨ ਟੂ ਵਗੈਰਾ ਵਗੈਰਾ ਸਾਰਾ ਕੁਝ ਇਹ ਅਸੀਂ ਡਿਸਕਸ ਕਰਾਂਗੇ ਤੇ ਤੈਨੂੰ